ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਦਾ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਇਲਜ਼ਾਮ। ਵਿਧਾਇਕਾਂ ਦਾ ਭਰੋਸਾ ਗਵਾ ਚੁੱਕੇ ਸਨ ਕੈਪਟਨ। 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਕੈਪਟਨ ਨੂੰ ਬਦਲੋ। ਅਸਤੀਫੇ ਦੇ ਰੇੜਕੇ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਟਵੀਟ। ਬੋਲੇ ਅਹੁਦਾ ਹੋਵੇ ਜਾਂ ਨਾ, ਮੈਂ ਰਾਹੁਲ ਤੇ ਪ੍ਰਿੰਕਾ ਦੇ ਨਾਲ ਨਕਾਰਾਤਮਕ ਤਾਕਤਾਂ ਕਰਨਗੀਆਂ ਹਰਾਉਣ ਦੀ ਕੋਸ਼ਿਸ਼, ਪਰ ਮੈਂ ਪੋਜ਼ਿਟਿਵ એનર્ਜੀ ਦੇ ਨਾਲ ਪੰਜਾਬ ਦੇ ਲਈ ਕਰਦਾ ਰਹਾਂਗਾ ਕੰਮ। ਕੈਬਨਿਟ ਮੰਤਰੀ ਪ੍ਰਗਟ ਸਿੰਘ ਦਾ ਕੈਪਟਨ ਤੇ ਵੱਡਾ ਇਲਜ਼ਾਮ। ਬੋਲੇ ਝੋਨੇ ਦੀ ਖਰੀਦ ਲੇਟ ਹੋਣ ਦੇ ਪਿੱਛੇ ਕੈਪਟਨ ਤੇ ਕੇਂਦਰ ਦੀ ਮਿਲੀ ਭੁਗਤ। ਕੈਪਟਨ ਨੇ ਹਾਲ ਹੀ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਕੀਤੀ ਸੀ ਮੁਲਾਕਾਤ। ਪੰਚਕੂਲਾ 'ਚ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ। ਕਿਸਾਨਾਂ ਨੇ ਟਰੈਕਟਰ ਦੇ ਨਾਲ ਬੈਰੀਕੇਡ ਤੋੜਨ ਦੀ ਕੀਤੀ ਕੋਸ਼ਿਸ਼। ਪੁਲਿਸ ਨੇ ਕੀਤਾ ਲਾਠੀਚਾਰਜ। ਪੁਲਿਸ ਵਾਲੇ ਤੇ ਕਿਸਾਨ ਹੋਏ ਜ਼ਖਮੀ। ਝੋਨੇ ਦੀ ਖਰੀਦੀ ਵਿੱਚ ਦੇਰੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ। ਕਰਨਾਲ ਸੀਐਮ ਰਿਹਾਇਸ਼ ਦੇ ਘਿਰਾਓ ਦੌਰਾਨ ਪੁਲਿਸ ਦੇ ਨਾਲ ਝੜਪ। ਕੁਰੂਕਸ਼ੇਤਰ ਅੰਬਾਲਾ ਦੇ ਵਿੱਚ ਵੀ ਕਿਸਾਨਾਂ ਨੇ ਤੋੜੇ ਬੈਰੀਕੇਡਸ। ਖੇਤੀ ਕਾਨੂੰਨਾਂ ਤੇ ਪੀਐਮ ਮੋਦੀ ਦਾ ਵਿਰੋਧੀਆਂ ਤੇ ਵੱਡਾ ਹਮਲਾ। ਬੋਲੇ ਰਾਜਨੀਤਿਕ ਧੋਖਾਧੜੀ ਕਰ ਰਹੇ ਨੇ ਵਿਰੋਧੀ। ਪਹਿਲਾਂ ਖੇਤੀ ਕਾਨੂੰਨਾਂ ਦੀ ਖੁਦ ਕਰਦੇ ਸੀ ਵਕਾਲਤ, ਹੁਣ ਲੈ ਗਏ ਯੂ ਟਰਨ। ਰੇਲਵੇ ਟਰੈਕ ਤੇ ਧਰਨਾ ਦੇਣ ਵਾਲੇ ਕਿਸਾਨਾਂ ਤੇ ਦਰਜ ਕੇਸ ਵਾਪਸ ਕਰਵਾਉਣ ਦੇ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ। ਸੀਐਮ ਚੰਨੀ ਨੇ ਰੇਲਵੇ ਦੇ ਚੇਅਰਮੈਨ ਨੂੰ ਲਿਖੀ ਚਿੱਠੀ। ਕੇਸ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ। ਮੁੱਖ ਮੰਤਰੀ ਦੇ ਨਾਲ ਗਾਇਕ ਜਸ ਬਾਜਵਾ ਤੇ ਉਹਨਾਂ ਦੇ ਸਾਥੀਆਂ ਨੇ ਕੀਤੀ ਮੁਲਾਕਾਤ। ਕਿਸਾਨੀ ਅੰਦੋਲਨ ਨੂੰ ਲੈ ਕੇ ਹੋਈ ਚਰਚਾ। ਮੁਲਾਕਾਤ ਤੋਂ ਬਾਅਦ ਬੋਲੇ ਜਸ ਬਾਜਵਾ, ਸੀਐਮ ਨੇ ਕਿਸਾਨਾਂ ਦੀ ਆਵਾਜ਼ ਬਣਨ ਦਾ ਦਿੱਤਾ ਹੈ ਭਰੋਸਾ। ਕੋਵਿਡ ਕਰਕੇ ਅਨਾਥ ਹੋਈਆਂ ਬੱਚੀਆਂ ਦੇ ਲਈ ਆਸ਼ੀਰਵਾਦ ਸਕੀਮ ਦੇ ਵਿੱਚ ਆਮਦਨ ਹੱਦ ਹਟਾਈ ਗਈ। ਸੀਐਮ ਚਰਨਜੀਤ ਚੰਨੀ ਨੇ ਜਾਰੀ ਕੀਤੇ ਹੁਕਮ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ, ਵੱਡੇ ਬਿਆਨ ਤੋਂ। ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਦੇ ਵੱਲੋਂ ਕੈਪਟਨ ਤੇ ਵੱਡਾ ਹਮਲਾ ਬੋਲਿਆ ਗਿਆ, ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਦਾ ਭਰੋਸਾ ਗਵਾ ਚੁੱਕੇ ਸਨ ਸੀਐਮ ਕੈਪਟਨ। 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀਗਾ ਕਿ ਸੀਐਮ ਬਦਲੋ। ਸੀਐਮ ਬਦਲਣ ਦਾ ਫੈਸਲਾ ਸੋਨੀਆ ਗਾਂਧੀ ਦਾ ਸੀ। ਉਹਨਾਂ ਨੇ ਵੀ ਕਿਹਾ ਕਿ ਸੀਐਮ ਬਦਲਣ ਦਾ ਫੈਸਲਾ ਸੋਨੀਆ ਗਾਂਧੀ ਦਾ ਸੀ, ਪਰ 78 ਵਿਧਾਇਕਾਂ ਨੇ ਲਿਖ ਕੇ ਇਹ ਮੰਗ ਕੀਤੀ ਸੀ ਕਿ ਸੀਐਮ ਬਦਲਿਆ ਜਾਵੇ। ਸੀਐਮ ਨਾਮ ਬਦਲਦੇ ਤਾਂ ਤਾਨਾਸ਼ਾਹ ਹੋਣ ਦਾ ਇਲਜ਼ਾਮ ਲਗਾਉਂਦੇ। ਦਲਿਤ ਬੇਟੇ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ। ਸੁਰਜੇਵਾਲਾ ਨੇ ਵੀ ਕਿਹਾ ਕਿ ਦਲਿਤ ਬੇਟੇ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ। ਪੰਜਾਬ ਦੇ ਘਟਨਾਕ੍ਰਮ ਨੂੰ ਲੈ ਕੇ ਜਿਵੇਂ ਕਿ ਪਾਰਟੀ ਦੇ ਕਈ ਸੀਨੀਅਰ ਆਗੂ ਹੀ ਆਪਣੀ ਹੀ ਹਾਈਕਮਾਨ ਤੇ ਆਪਣੀ ਪਾਰਟੀ ਦੇ ਸਵਾਲ ਖੜੇ ਕਰ ਰਹੇ, ਚਾਹੇ ਕਪਲ ਸਿੱਬਲ ਦੀ ਗੱਲ ਹੋਵੇ, ਚਾਹੇ ਨਟਵਰ ਸਿੰਘ ਦੀ ਗੱਲ ਹੋਵੇ, ਤੇ ਇਸ ਦੇ ਵਿਚਾਲੇ ਰਣਦੀਪ ਸੁਰਜੇਵਾਲਾ ਪਾਰਟੀ ਦੇ ਬਚਾਅ ਦੇ ਲਈ ਅੱਗੇ ਆਏ ਨੇ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸੀਐਮ ਕੈਪਟਨ ਵਿਧਾਇਕਾਂ ਦਾ ਭਰੋਸਾ ਗਵਾ ਚੁੱਕੇ ਸਨ। 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀਗਾ ਕਿ ਸੀਐਮ ਬਦਲਿਆ ਜਾਵੇ। कांग्रेस की अध्यक्षा श्रीमती सोनिया गांधी हैं और मुख्यमंत्री बदलने का निर्णय भी पंजाब में उन्होंने नहीं लिया। मैंने जैसा बताया 78 विधायकों ने लिख कर दिया आदरणीय मित्र, और फिर हमने मुख्यमंत्री को बदला। जब कोई मुख्यमंत्री अपने सारे विधायकों का विश्वास खो दे तो उन्हें स्वयं भी नहीं रहना चाहिए। 78 विधायकों ने 79 में से लिख कर दिया कि वो मुख्यमंत्री का बदलाव चाहते हैं। अगर हम मुख्यमंत्री ना बदलते तो आप ये इल्जाम लगाते आप डिक्टेटर हो। 78 विधायक एक तरफ हैं, एक अकेला मुख्यमंत्री एक तरफ है, तो आप उनकी बात नहीं सुनते। और पहली बार पंजाब में किसी दलित मुख्यमंत्री को, एक नौजवान दलित बेटे को मौका मिला। एक नया इतिहास रचकर हमने दिखाया। भाजपा के पास कोएलिशन पार्टनर्स मिलाकर, अगर मुझे सही ख्याल है तो 15 प्रांत है। क्या कोई दलित मुख्यमंत्री है? ਉਧਰ ਅਸਤੀਫੇ ਤੇ ਰੇੜਕੇ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ। ਸਿੱਧੂ ਦਾ ਕਹਿਣਾ ਹੈ ਕਿ ਮੇਰੇ ਕੋਲ ਅਹੁਦਾ ਹੋਵੇ ਜਾਂ ਨਾ, ਮੈਂ ਰਾਹੁਲ ਤੇ ਪ੍ਰਿੰਕਾ ਦੇ ਨਾਲ ਹਾਂ, ਗਾਂਧੀ ਅਤੇ ਸ਼ਾਸਤਰੀ ਦੇ ਸਿਧਾਂਤਾਂ ਤੇ ਚੱਲਾਂਗਾ। ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ, ਪਰ ਮੇਰੀ ਪੋਜ਼ਿਟਿਵ એનર્ਜੀ ਦਾ ਇੱਕ ਕਤਰਾ ਪੰਜਾਬ ਨੂੰ ਜਿਤਾਵੇਗਾ। ਇਹ ਟਵੀਟ ਕੀਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਤੇ ਆਪਣੇ ਆਪ ਦੇ ਵਿੱਚ ਟਵੀਟ ਦੇ ਬਹੁਤ ਸਾਰੇ ਮਾਇਨੇ ਵੀ ਕੱਢੇ ਜਾ ਰਹੇ ਨੇ। ਹਾਈ ਕਮਾਂਡ ਦਾ ਜ਼ਰੂਰ ਜ਼ਿਕਰ ਕੀਤਾ ਹੈ, ਰਾਹੁਲ ਗਾਂਧੀ ਦਾ, ਪ੍ਰਿੰਕਾ ਗਾਂਧੀ ਦਾ ਜ਼ਿਕਰ ਕੀਤਾ ਹੈ, ਪਰ ਗੱਲ ਪੰਜਾਬ ਦੀ ਲੀਡਰਸ਼ਿਪ ਦੀ ਕੀਤੀ ਜਾਵੇ, ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗੱਲ ਕੀਤੀ ਜਾਵੇ, ਤੇ ਉਹਨਾਂ ਦਾ ਜ਼ਿਕਰ ਇਸ ਟਵੀਟ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਤੇ ਆਪਣੇ ਆਪ ਦੇ ਇਸ ਟਵੀਟ ਦੇ ਮਾਇਨੇ ਬਹੁਤ ਸਾਰੇ ਕੱਢੇ ਜਾ ਸਕਦੇ ਨੇ। ਜੇਕਰ ਪੂਰੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਦੇ ਵਿੱਚ ਲਿਖਿਆ ਹੈ
ਕਿ ਗਾਂਧੀ ਜੀ ਅਤੇ ਸ਼ਾਸਤਰੀ ਜੀ ਦੇ ਸਿਧਾਂਤਾਂ ਤੇ ਚੱਲਾਂਗਾ। ਭਾਵੇਂ ਮੇਰੇ ਕੋਲ ਕੋਈ ਅਹੁਦਾ ਹੋਵੇ ਜਾਂ ਨਾ ਹੋਵੇ, ਮੈਂ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੇ ਨਾਲ ਖੜਾ ਹਾਂ। ਨਕਾਰਾਤਮਕ ਤਾਕਤਾਂ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨਗੀਆਂ, ਪਰ ਮੈਂ ਹਮੇਸ਼ਾ ਸਕਾਰਾਤਮਕ ਰਵੱਈਏ ਦੇ ਨਾਲ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਜਿੱਤ ਦੇ ਲਈ ਕੰਮ ਕਰਾਂਗਾ। ਇਹ ਟਵੀਟ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਸੋ ਪਹਿਲਾਂ ਜਿੱਥੇ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ, ਰੇੜਕਾ ਬਰਕਰਾਰ ਹੈ, ਤੇ ਇਸ ਦੇ ਵਿਚਾਲੇ ਜਦੋਂ ਅਜਿਹਾ ਟਵੀਟ ਆਵੇ, ਨਕਾਰਾਤਮਕ ਤਾਕਤਾਂ ਦੀ ਗੱਲ ਕਰਨ, ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਦਾ ਜ਼ਿਕਰ ਕੀਤਾ ਜਾਵੇ, ਮੁੱਖ ਮੰਤਰੀ ਚਰਨਜੀਤ ਚੰਨੀ ਦਾ ਜ਼ਿਕਰ ਨਾ ਕੀਤਾ ਜਾਵੇ, ਤਾਂ ਮਾਇਨੇ ਇਸ ਦੇ ਵਿਚਾਲੇ, ਇਸ ਕਲੇਸ਼ ਦੇ ਵਿਚਾਲੇ ਬਹੁਤ ਸਾਰੇ ਇਸ ਟਵੀਟ ਦੇ ਕੱਢੇ ਜਾ ਸਕਦੇ ਨੇ। ਹੁਣ ਗੱਲ ਕਰਾਂਗੇ ਕਿਸਾਨਾਂ ਦੀ। ਪੰਚਕੂਲਾ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ। ਕਿਸਾਨਾਂ ਨੇ ਟਰੈਕਟਰ ਦੇ ਨਾਲ ਬੈਰੀਕੇਡ ਤੋੜ ਦਿੱਤੇ ਤੇ ਪੁਲਿਸ ਨੇ ਕਿਸਾਨਾਂ ਤੇ ਇਸ ਤੋਂ ਬਾਅਦ 'ਚ ਲਾਠੀ ਚਾਰਜ ਕੀਤਾ। ਪੁਲਿਸ ਵਾਲਿਆਂ ਤੇ ਕਿਸਾਨਾਂ ਨੂੰ ਇਸ ਦੌਰਾਨ ਸੱਟਾਂ ਵੀ ਲੱਗੀਆਂ ਨੇ, ਜ਼ਖਮੀ ਵੀ ਹੋਏ ਨੇ। ਝੋਨੇ ਦੀ ਖਰੀਦ ਵਿੱਚ ਦੇਰੀ ਹੋਣ ਦੇ ਖਿਲਾਫ ਦਰਅਸਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ। ਪੰਜਾਬ ਦੀ ਗੱਲ ਕੀਤੀ ਜਾਵੇ, ਹਰਿਆਣਾ ਦੀ ਗੱਲ ਕੀਤੀ ਜਾਵੇ, ਵੱਖ-ਵੱਖ ਜਗ੍ਹਾਵਾਂ ਤੇ ਅੱਜ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ, ਜਿਵੇਂ ਕਿ ਝੋਨੇ ਦੀ ਸਰਕਾਰੀ ਖਰੀਦ ਦੀ ਜਿਹੜੀ ਦੇਰੀ ਕੀਤੀ ਜਾ ਰਹੀ ਹੈ। ਜਿਵੇਂ ਕਿ ਪਹਿਲਾਂ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ, ਹੁਣ 11 ਅਕਤੂਬਰ ਤੋਂ ਹੋਵੇਗੀ ਤੇ ਕੇਂਦਰ ਦੇ ਇਸ ਫੈਸਲੇ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ। ਅੱਜ ਦੋਵੇਂ ਸੂਬਿਆਂ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਤੇ ਪ੍ਰਦਰਸ਼ਨ ਕੀਤੇ ਗਏ। ਪੰਚਕੂਲਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ। ਕਿਸਾਨਾਂ ਨੇ ਟਰੈਕਟਰ ਦੇ ਨਾਲ ਬੈਰੀਕੇਡ ਤੋੜ ਦਿੱਤੇ ਤੇ ਪੁਲਿਸ ਨੇ ਕਿਸਾਨਾਂ ਤੇ ਇਸ ਦੌਰਾਨ ਲਾਠੀ ਚਾਰਜ ਵੀ ਕੀਤਾ। ਪੁਲਿਸ ਵਾਲਿਆਂ ਤੇ ਕਿਸਾਨਾਂ ਨੂੰ ਇਸ ਦੌਰਾਨ ਸੱਟਾਂ ਲੱਗੀਆਂ ਨੇ। ਝੋਨੇ ਦੀ ਖਰੀਦ ਵਿੱਚ ਦੇਰੀ ਹੋਣ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਸੀ। ਸੋ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਪੰਚਕੂਲਾ ਦੀਆਂ, ਜਦੋਂ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਫੈਸਲੇ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤੇ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਜ਼ਬਰਦਸਤ ਝੜਪ ਹੁੰਦੀ ਹੈ। ਕਿਸਾਨਾਂ ਨੇ ਟਰੈਕਟਰ ਦੇ ਨਾਲ ਬੈਰੀਕੇਡ ਤੱਕ ਤੋੜ ਦਿੱਤੇ। ਪੁਲਿਸ ਨੇ ਕਿਸਾਨਾਂ ਤੇ ਇਸ ਤੋਂ ਬਾਅਦ 'ਚ ਲਾਠੀ ਚਾਰਜ ਕੀਤਾ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਈ ਪੁਲਿਸ ਵਾਲੇ ਤੇ ਕਿਸਾਨ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ। ਤੁਸੀਂ ਵੇਖ ਸਕਦੇ ਹੋ ਕਿ ਰਸਤੇ ਦੇ ਵਿੱਚ ਪੂਰੀ ਤਰ੍ਹਾਂ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ। ਇਸ ਦੌਰਾਨ ਹੀ ਕਿਸਾਨ ਆਪਣੇ ਟਰੈਕਟਰ ਲੈ ਕੇ ਅੱਗੇ ਵਧਦੇ ਨੇ, ਟਰੈਕਟਰਾਂ ਦੇ ਨਾਲ ਇਹ ਬੈਰੀਕੇਡ ਤੋੜ ਦਿੱਤੇ ਜਾਂਦੇ, ਜਿਸ ਤੋਂ ਬਾਅਦ 'ਚ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ। ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ, ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਪੁਲਿਸ ਵਾਲੇ ਤੇ ਕਈ ਕਿਸਾਨ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ। ਦਰਅਸਲ ਪੂਰਾ ਵਿਵਾਦ ਹੈ ਝੋਨੇ ਦੀ ਖਰੀਦ ਦੇ ਨਾਲ ਜੁੜਿਆ ਹੋਇਆ। ਝੋਨੇ ਦੀ ਖਰੀਦ 10 ਦਿਨ ਜਿਹੜੀ ਦੇਰੀ ਦੇ ਨਾਲ ਹੁਣ ਸ਼ੁਰੂ ਕੀਤੀ ਜਾ ਰਹੀ ਹੈ ਤੇ ਇਸ ਫੈਸਲੇ ਦਾ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੰਗ ਇਹੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਝੋਨੇ ਦੀ ਸਰਕਾਰੀ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ, ਕਿਉਂਕਿ ਕਈ ਕਿਸਾਨ ਪਹਿਲਾਂ ਹੀ ਝੋਨੇ ਦੀ ਵਾਢੀ ਕਰਕੇ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਲੈ ਕੇ ਪਹੁੰਚ ਚੁੱਕੇ ਨੇ। ਉੱਥੇ ਜਿਨ੍ਹਾਂ ਦੀ ਫਸਲ ਪੱਕ ਚੁੱਕੀ ਹੈ, ਉਹਨਾਂ ਕਿਸਾਨਾਂ ਨੂੰ ਮੌਸਮ ਖਰਾਬ ਹੋਣ ਦੇ ਕਾਰਨ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ, ਖਰਚਾ ਜਤਾਇਆ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਹੀ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀ ਝੋਨੇ ਦੀ ਜਿਹੜੀ ਫਸਲ ਹੈ ਉਹ ਖਰੀਦੀ ਜਾਵੇ। ਤੇ ਕੇਂਦਰ ਦੇ ਇਸ ਫੈਸਲੇ ਦੇ ਖਿਲਾਫ ਹੀ ਪੰਚਕੂਲਾ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤੇ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੋਈ। ਕਿਸਾਨਾਂ ਨੇ ਟਰੈਕਟਰ ਦੇ ਨਾਲ ਬੈਰੀਕੇਡ ਤੱਕ ਤੋੜ ਦਿੱਤੇ। ਪੁਲਿਸ ਨੇ ਕਿਸਾਨਾਂ ਤੇ ਇਸ ਦੌਰਾਨ ਲਾਠੀ ਚਾਰਜ ਕੀਤਾ। ਜਦੋਂ ਕਿਸਾਨ ਟਰੈਕਟਰਾਂ ਨੂੰ ਅੱਗੇ ਲੈ ਕੇ ਚੱਲਦੇ ਨੇ, ਅੱਗੇ ਵਧਦੇ ਨੇ, ਬੈਰੀਕੇਡ ਤੋੜਦੇ ਨੇ, ਤਾਂ ਫਿਰ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਹੈ, ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਵਾਲੇ ਤੇ ਕਿਸਾਨ ਕਈ ਇਸ ਦੌਰਾਨ ਜ਼ਖਮੀ ਵੀ ਹੋਏ ਨੇ, ਸੱਟਾਂ ਵੀ ਲੱਗੀਆਂ ਨੇ। ਪੰਚਕੂਲਾ ਦੀਆਂ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਰਿਆਣਾ ਦੇ ਪੰਚਕੂਲਾ ਦੀਆਂ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਕੇਂਦਰ ਦੇ ਇਸ ਫੈਸਲੇ ਦੇ ਖਿਲਾਫ ਇਕੱਠੇ ਹੋਏ ਸਨ। ਤਾਂ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਪਹਿਲਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਸਾਨ ਆਪਣੇ ਟਰੈਕਟਰ ਲੈ ਕੇ ਜਦੋਂ ਅੱਗੇ ਵਧਦੇ ਨੇ, ਬੈਰੀਕੇਡ ਤੋੜ ਦਿੱਤੇ ਜਾਂਦੇ ਨੇ, ਫਿਰ ਪੁਲਿਸ ਵੀ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਵੀ ਕੀਤਾ ਜਾਂਦਾ ਹੈ। ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ, ਇਸ ਝੜਪ ਦੇ ਦੌਰਾਨ, ਲਾਠੀ ਚਾਰਜ ਦੇ ਦੌਰਾਨ ਕਈ ਪੁਲਿਸ ਵਾਲੇ ਤੇ ਕਿਸਾਨ ਜ਼ਖਮੀ ਵੀ ਹੋਏ ਨੇ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਅੰਕਿਤ ਦੁਦਾਨੀ ਜੁੜੇ ਹੋਏ ਨੇ। ਅੰਕਿਤ, ਵਿਸਥਾਰ ਦੇ ਨਾਲ ਜਾਣਨਾ ਚਾਹਾਂਗੇ ਆਖਰਕਾਰ ਇਹ ਪੂਰਾ ਘਟਨਾਕ੍ਰਮ ਕਿਵੇਂ ਹੁੰਦਾ ਹੈ? ਫਿਲਹਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਸਥਿਤੀ ਹੈ? ਪੁਲਿਸ ਵੱਲੋਂ ਵੀ ਕੋਈ ਇਸ ਤੋਂ ਬਾਅਦ 'ਚ कोई एक्शन लिया गया? बिल्कुल परमिंदर, जिस तरह से आज का जो ऐलान किया गया था गुरनाम सिंह चडूनी की ओर से कि
अगर 1 तारीख तक धान की खरीद शुरू नहीं हुई तो 2 तारीख को सारे मंत्रियों का, विधायकों का, सांसदों का घेराव किया जाएगा। और उसी क्रम के अंदर जो किसान इकट्ठे हुए पहले टोल के ऊपर, और वो ज्ञानचंद गुप्ता जो कि पंचकुला के विधायक हैं, स्पीकर हैं, उनके घर का घेराव करने के लिए वहां से रवाना हुए। और जब वो चलने लगे तो थोड़ा थोड़ा करके इकट्ठा हुए और फिर उन्होंने ट्रैक्टर जो है वो उससे बैरिकेडिंग तोड़ी और कहीं ना कहीं पुलिस के ऊपर भी ट्रैक्टर चढ़ने की कोशिश हुई। तो उसके बाद पुलिस की ओर से लाठीचार्ज किया गया, हल्का लाठीचार्ज किया गया, और लाठीचार्ज करने के बाद उनको तितर बितर किया गया। और तितर बितर होने के बाद और उनको कुछ को हिरासत में ले लिया गया। लेकिन अभी थोड़ी देर पहले तक कुछ किसान आकर के पंचकुला का जो सेक्टर 2 में बीजेपी ऑफिस है उसके बाहर धरने पर बैठ गए थे, और अभी वहां के पर जो किसान बैठे थे धरने पर उनको भी हिरासत में ले लिया गया है। तो पूरा घटनाक्रम इस तरह से चला है। और क्योंकि आज का ऐलान किया गया था कि पूरे प्रदेश भर में प्रदर्शन किए जाएंगे, और उसी के तहत पंचकुला में भी प्रदर्शन किया गया था। ठीक है अंकित, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪੰਚਕੁਲਾ ਦੀ ਤੁਹਾਨੂੰ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਝੜਪ ਹੁੰਦੀ ਹੈ। ਕਿਸਾਨ ਟਰੈਕਟਰ ਲੈ ਕੇ ਅੱਗੇ ਵਧਦੇ ਨੇ, ਬੈਰੀਕੇਡ ਤੱਕ ਤੋੜ ਦਿੱਤੇ ਜਾਂਦੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ, ਲਾਠੀਚਾਰਜ ਕੀਤਾ ਜਾਂਦਾ ਤੇ ਇਸ ਲਾਠੀਚਾਰਜ ਦੇ ਦੌਰਾਨ ਕਈ ਕਿਸਾਨ ਤੇ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਨੇ। ਸੋ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਨੂੰ ਲੈ ਕੇ ਕਿਸਾਨ ਸੜਕਾਂ ਤੇ ਨੇ। ਹਰਿਆਣਾ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਦੇ ਜੇਜੇਪੀ ਵਿਧਾਇਕਾਂ ਦੇ ਘਰਾਂ ਦੇ ਅੱਗੇ ਪ੍ਰਦਰਸ਼ਨ ਕੀਤਾ। ਕਈ ਥਾਵਾਂ ਤੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਹਲਕੀ ਝੜਪ ਵੀ ਵੇਖਣ ਨੂੰ ਮਿਲੀ। ਕਰਨਾਲ ਦੇ ਵਿੱਚ ਕਿਸਾਨਾਂ ਨੇ ਸੀਐਮ ਖੱਟਰ ਦੇ ਘਰ ਦੇ ਅੱਗੇ ਟੈਂਟ ਲਗਾ ਦਿੱਤਾ। ਦਰਅਸਲ ਇਹ ਵਿਰੋਧ ਕੀਤਾ ਜਾ ਰਿਹਾ ਜਿਹੜੀ ਕਿ ਝੋਨੇ ਦੀ ਖਰੀਦ ਦੇਰੀ ਦੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲਾਂ 1 ਅਕਤੂਬਰ ਤੋਂ ਹੋਣੀ ਸੀ, ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਮੌਕੇ ਤੇ ਜਿਹੜਾ ਫੈਸਲਾ ਲਿਆ ਜਾਂਦਾ ਹੈ ਕਿ ਹੁਣ ਜਿਹੜੀ ਸਰਕਾਰੀ ਖਰੀਦ ਹੈ ਉਹ 11 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ। ਤੇ ਇਸੇ ਹੀ ਫੈਸਲੇ ਦਾ ਵੱਖ-ਵੱਖ ਜਗ੍ਹਾਵਾਂ ਤੇ ਵਿਰੋਧ ਕੀਤਾ ਜਾ ਰਿਹਾ। ਤੁਹਾਨੂੰ ਹਰਿਆਣਾ ਦੀਆਂ ਵੱਖ-ਵੱਖ ਜਗ੍ਹਾਵਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜੁਟੇ ਹੋਏ ਨੇ, ਕਿਸਾਨ ਇਕੱਠੇ ਹੋਏ ਨੇ, ਟਰੈਕਟਰਾਂ ਤੇ ਸਵਾਰ ਹੋ ਕੇ ਵੱਖ-ਵੱਖ ਜਗ੍ਹਾਵਾਂ ਤੇ ਕਿਸਾਨ ਪਹੁੰਚੇ ਤੇ ਕੇਂਦਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਬੀਜੇਪੀ ਤੇ ਜੇਜੇਪੀ ਵਿਧਾਇਕਾਂ ਦੇ ਘਰਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਹਰਿਆਣਾ ਸਰਕਾਰ ਦੇ ਖਿਲਾਫ, ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤੇ ਮੰਗ ਇਹੀ ਕੀਤੀ ਹੈ ਕਿ ਕੇਂਦਰ ਇਹ ਫੈਸਲਾ ਵਾਪਸ ਲਵੇ ਤਾਂ ਜਲਦੀ किसानों की फसल की सरकारी खरीद शुरू की जाए। रहेगी वो अकेले रह जाएंगे, पर मैं अभी भी उम्मीद में हूँ ऐसा कुछ होने वाला नहीं है। चन्नी साहब जिस तरह से काम कर रहे हैं, हम लोग थोड़ा सा लगता है कि लोगों ने एक्सेप्ट कर लिया, उनकी वर्किंग को पसंद किया, किस तरीके से वो सबको साथ लेके बड़े सिंपलिसिटी उनकी पसंद ही इतनी की जा रही है, और फैसले डे नाइट काम चल रहा है, इश्यूज जल्दी से जल्दी एड्रेस हो रहे हैं। तो इससे और फर्क पड़ेगा आने वाले दिनों में, आने वाले टाइम में लोग एडमायर करेंगे, उनकी वर्किंग को एडमायर करेंगे। जैसे केजरीवाल रोज मतलब हर महीने आके नई सौगात देते, कल परसों भी आते, कोई ऐसी कुछ बात नहीं है। आप देखिएगा भी जो चीज़ें जिन चीज़ों के ऊपर वो लोगों को बहकाना चाह रहे हैं, वो सारे फैसले तो कांग्रेस पार्टी कर चुकी होगी। सो फूड सप्लाई मंत्री भारत भूषण आशू मीडिया के नाल गलबात कर रहे सन। मुख्यमंत्री चरणजीत चन्नी जिहड़ा वर्किंग स्टाइल है उन्होंने शलाघा कर रहे सन, तारीफ कर रहे सन। तो गल जेकर किसानों की की जाए, जिवें कि पहलां असीं तुहानूं हरियाणा दीयां तस्वीरां विखाईआं, हुण गल करांगे पंजाब दी। पंजाब दे विच भी किसान झोने की खरीद दे विच देरी नूं लैके सड़कां ते ने। फर्क सिर्फ इन्ना है कि हरियाणा दे विच किसानां ने बीजेपी ते जेजेपी विधायकों के घरां दे अगे प्रदर्शन किया, पर पंजाब दे विच सत्ताधारी कांग्रेस के विधायक किसानां दा टारगेट रहे ते झोने की खरीद दे विच देरी के फैसले का किसानों वालों विरोध किया गया। ਵੱਖ-ਵੱਖ जगहों ਦੀਆਂ ਤੁਹਾਨੂੰ तस्वीरां विखा रहे हैं। लुधियाना, रोपड़, गुरदासपुर, मोगा ते नवां शहर ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਜੁਟੇ ਹੋਏ ਨੇ ਤੇ ਕਾਂਗਰਸ ਦੇ ਵਿਧਾਇਕਾਂ ਦੇ ਘਰਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਘਰਾਂ ਦੇ ਬਾਹਰ ਵੱਖ-ਵੱਖ ਜਗ੍ਹਾਵਾਂ ਤੇ ਪ੍ਰਦਰਸ਼ਨ ਕੀਤਾ ਗਿਆ ਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਹਾਲਾਂਕਿ ਸਰਕਾਰ ਦੇ ਵੱਲੋਂ ਆਪਣਾ ਤੱਕ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਇਹ ਕਹਿ ਰਹੀ ਹੈ, ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਇਹ ਕਹਿ ਰਹੇ ਨੇ ਕਿ ਜਿਹੜਾ ਫੈਸਲਾ ਕੇਂਦਰ ਨੇ ਲਿਆ ਤੇ ਸਰਕਾਰ ਦੇ ਵੱਲੋਂ ਆਪਣੇ ਪੱਧਰ ਤੇ ਸਰਕਾਰੀ ਖਰੀਦ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ, ਪਰ ਕੇਂਦਰ ਦੇ ਵੱਲੋਂ ਮੌਕੇ ਤੇ ਇਹ ਫੈਸਲਾ ਲਿਆ ਕਿ 1 ਅਕਤੂਬਰ ਦੀ ਬਜਾਏ 11 ਅਕਤੂਬਰ ਤੋਂ ਜਿਹੜੀ ਆ ਫਸਲ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ। अपने
को